करिए गोर विचार नानक बेड़ी सच की करिए गोर विचार। संसार विकार संसे में तहरियो ब्रह्म ਗਿਆਨੀ। ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਵਕਾਰਾਂ ਦਾ ਤੌਖਲਾ ਹੈ, ਸੰਸੇ ਨੇ। ਔਰ ਇਹ ਜਿਹੜਾ ਵਕਾਰਾਂ ਦਾ ਤੌਖਲਾ ਹੈ, ਵਕਾਰਾਂ ਦੇ ਸੰਸੇ ਨੇ, ਦਰਅਸਲ ਤਰਨਾ ਹੀ ਵਕਾਰਾਂ ਨੂੰ ਹੈ। ਜਦੋਂ ਭਵਸਾਗਰ ਦੀ ਗੱਲ ਆਈ ਤਾਂ ਬਾਣੀਕਾਰਾਂ ਨੇ ਕਿਉਂ ਕਿਹਾ? ਕਿਉਂਕਿ ਅਸੀਂ ਸਮੁੰਦਰ ਤੋਂ ਵਾਕਿਫ ਹਾਂ, ਅਸੀਂ ਪਾਣੀ ਤੋਂ ਵਾਕਿਫ ਹਾਂ। ਉਹਨਾਂ ਨੇ ਸਾਨੂੰ ਉਦਾਹਰਨ ਉਸ ਤਰ੍ਹਾਂ ਦੀ ਦੇ ਦਿੱਤੀ, ਗੱਲਾਂ ਫਰਸ਼ੀ ਕੀਤੀਆਂ ਨੇ ਔਰ ਅਸਲ ਵਿੱਚ ਜਿਹੜਾ ਮੈਸੇਜ ਹੈ ਉਹ ਅਰਸ਼ੀ ਹੈ। ਹੁਣ ਅਸੀਂ ਕਿਉਂਕਿ ਹੋਰ ਕਿਸੇ ਪਾਣੀ ਤੋਂ ਵਾਕਿਫ ਨਹੀਂ ਸਾਂ, ਇਸ ਕਰਕੇ ਉਹਨਾਂ ਉਦਾਹਰਨ ਦੇ ਦਿੱਤੀ ਵੀ ਮਨੁੱਖ ਪਾਣੀ 'ਚ ਡੁੱਬਦਾ ਹੈ ਔਰ ਕਈ ਵਾਰ ਇੱਕ ਮਨੁੱਖ ਦੂਜੇ ਨੂੰ ਡੁੱਬਦੇ ਨੂੰ ਦੇਖਦਾ ਵੀ ਹੈ, ਇਸ ਲਈ ਉਹਨਾਂ ਕਹਿ ਦਿੱਤਾ ਵੀ ਇਸ ਭਵਸਾਗਰ ਦੇ ਵਿੱਚ ਮਨੁੱਖ ਡੁੱਬਦਾ। ਹਜ਼ੂਰ ਕਹਿਣ ਲੱਗੇ ਤਰੇਗਾ ਕੌਣ? ਬ੍ਰਹਮ ਗਿਆਨੀ ਦੇ ਇੱਥੇ ਅਰਥ ਪਤਾ ਕੀ ਨੇ? ਜਿਨ੍ਹੇ ਪ੍ਰਮਾਤਮਾ ਨਾਲ ਜਾਣ ਪਛਾਣ ਬਣਾ ਲਈ ਹੈ, ਜਾਣ ਪਛਾਣ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਹਜ਼ੂਰ ਕਹਿੰਦੇ ਨੇ ਵੀ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋਂ ਘਰ ਬਾਰ ਮਨਾ ਮਾਰੈ ਲੂਟੈ ਨੀਤ ਨੀਤ ਕਿਸ ਆਗੇ ਕਰੀ ਫਿਰ ਜਾਚ ਦੱਸੀ। ਆਖਣ ਲੱਗੇ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਬਿਖਮ ਕਨਾ। ਇੱਕ ਦਿਨ ਦੀ ਗੱਲ ਹੈ ਵੀ ਹਜ਼ੂਰ ਗੁਰੂ ਨਾਨਕ ਸਾਹਿਬ ਪਿੱਛੇ ਪਿੱਛੇ ਮਰਦਾਨਾ, ਅੱਗੇ ਅੱਗੇ ਗੁਰੂ ਨਾਨਕ ਸਾਹਿਬ, ਔਰ ਭਾਈ ਸਾਹਿਬ ਦਾ ਦਿਲ ਕਰਦਾ ਵੀ ਕਈ ਦਿਨ ਹੋ ਗਏ ਨੇ ਤੁਰਦਿਆਂ ਨੂੰ, ਨਾ ਪ੍ਰਸ਼ਾਦਾ ਨਾ ਪਾਣੀ ਨਾ ਆਰਾਮ। ਜਿੱਥੇ ਕਿਤੇ ਮੌਕਾ ਮਿਲਿਆ ਗੁਰੂ ਨਾਨਕ ਸਾਹਿਬ ਨੂੰ ਕਹਾਂਗਾ ਮਹਾਰਾਜ ਤੁਸੀਂ ਤੇ ਨਿਰੰਕਾਰ ਸਰੂਪ ਹੋ, ਮੈਂ ਤੇ ਸਧਾਰਨ ਮਨੁੱਖ ਹਾਂ, ਮੈਨੂੰ ਭੁੱਖ ਵੀ ਲੱਗਦੀ ਹੈ, ਮੈਨੂੰ ਪਿਆਸ ਵੀ ਲੱਗਦੀ ਹੈ, ਮੈਂ ਥੱਕ ਵੀ ਜਾਣਾ, ਕੁਝ ਤੇ ਕਰੋ। ਪਰ ਜਦੋਂ ਜਾਂਦੇ ਨੇ ਹਜ਼ੂਰ ਦਾ ਚਿਹਰਾ ਵੇਖ ਕੇ, ਹਜ਼ੂਰ ਦੇ ਹਿੱਲਦੇ ਹੋਏ ਹੋਠ ਵੇਖ ਕੇ ਸੰਕੋਚ ਕਰ ਜਾਂਦੇ ਨੇ ਵੀ ਮਹਾਰਾਜ ਕੁਝ ਕਰ ਰਹੇ ਨੇ। ਆਖਰ ਇੱਕ ਦਿਨ ਅਗਲਵਾਂਜੀ ਹੋ ਕੇ ਕਹਿਣ ਲੱਗਾ ਮਹਾਰਾਜ ਹੁਣ ਸਬਰ ਦਾ ਪਿਆਲਾ ਛਲਕ ਗਿਆ, ਹੁਣ ਨਹੀਂ ਬਰਦਾਸ਼ਤ ਹੁੰਦਾ। ਹਜ਼ੂਰ ਮੁਸਕਰਾ ਪਏ, ਮਰਦਾਨਿਆਂ ਦੱਸ ਕੀ ਗੱਲ ਹੈ? ਆਖਣ ਲੱਗਾ ਮਹਾਰਾਜ ਜਿਹੜਾ ਸਵਾਲ ਸੀ ਉਹ ਤੇ ਡਿੱਗ ਪਿਆ ਹੈ, ਹੁਣ ਸਵਾਲ ਇਹ ਹੈ ਵੀ ਪਿਛਲੇ 3 ਦਿਨ ਤੋਂ ਹੋਠ ਹਿੱਲ ਰਹੇ ਨੇ ਔਰ ਮੈਨੂੰ ਪਤਾ ਹੈ ਤੁਸੀਂ ਨਿਰੰਕਾਰ ਨੂੰ ਜਪ ਰਹੇ ਹੋ। ਹਜ਼ੂਰ ਨੇ ਮੁਸਕਰਾ ਕੇ ਹਾਂ 'ਚ ਜਵਾਬ ਦਿੱਤਾ। ਔਰ ਭਾਈ ਸਾਹਿਬ ਇੱਕ ਗੱਲ ਕਹਿੰਦੇ ਨੇ, ਇਤਿਹਾਸ ਵਿੱਚ ਜ਼ਿਕਰ ਆਉਂਦਾ, ਕਹਿਣ ਲੱਗੇ ਬਾਬਾ ਕੀ ਤੈਨੂੰ ਵੀ ਸਿਮਰਨ ਦੀ ਲੋੜ ਹੈ? ਉੱਥੇ ਹਜ਼ੂਰ ਨੇ ਕਿਹਾ ਮਰਦਾਨਿਆ ਹਾਂ ਮੈਨੂੰ ਵੀ ਸਿਮਰਨ ਦੀ ਲੋੜ ਹੈ। ਸਵਾਲ ਹੈ ਕਿਉਂ? ਹਜ਼ੂਰ ਕਹਿਣ ਲੱਗੇ ਪਿਛਲੀ ਬਸਤੀ 'ਚ ਕੀ ਵਾਪਰਿਆ? ਮਹਾਰਾਜ ਉੱਥੇ ਇਹੀ ਵਾਪਰਿਆ ਵੀ ਜਦੋਂ ਅਸੀਂ ਲੰਘ ਰਹੇ ਸਾਂ, ਓਪਰੇ ਸਾਂ, ਕੁੱਤੇ ਪੈਂਦੇ ਸਨ। ਤੇ ਮਰਦਾਨਿਆਂ ਜਦੋਂ ਕੁੱਤੇ ਪੈਂਦੇ ਸਨ ਤੂੰ ਕੀ ਕਰਦਾ ਸੈਂ? ਮਹਾਰਾਜ ਮੈਂ ਜੇ ਤੇ ਵੱਟਾ ਨੇੜੇ ਹੁੰਦਾ ਸੀ ਤੇ ਵੱਟਾ ਫੜ ਲੈਂਦਾ ਸਾਂ, ਰੋੜਾ ਪੱਥਰ ਫੜ ਲੈਂਦਾ, ਨਹੀਂ ਸੀ ਨਾ ਹੁੰਦਾ ਤੇ ਮੈਂ ਕੁੱਤਿਆਂ ਨੂੰ ਭੁਲੇਖਾ ਪਾਉਣ ਲਈ ਉਂਝ ਹੀ ਜ਼ਮੀਨ ਤੇ ਹੱਥ ਮਾਰਦਾ ਸਾਂ ਵੀ ਇਹਨਾਂ ਨੂੰ ਪਤਾ ਲੱਗੇ ਇਹਨੇ ਕੋਈ ਵੱਟਾ ਰੋੜਾ ਫੜਿਆ। ਮਰਦਾਨਿਆਂ ਜਦੋਂ ਤੂੰ ਇਸ ਤਰ੍ਹਾਂ ਕਰਦਾ ਸੈਂ ਫਿਰ ਕੁੱਤੇ ਕੀ ਕਰਦੇ ਸਨ? ਮਹਾਰਾਜ ਉਹ ਡਰ ਕੇ ਪਿੱਛੇ ਖੜੇ ਹੋ ਜਾਂਦੇ ਸਨ। ਮੈਂ ਥੋੜਾ ਰੌਲਾ ਪਾਉਂਦਾ ਸਾਂ, ਉਹ ਡਰ ਕੇ ਪਿੱਛੇ ਖੜੇ ਹੋ ਮਰਦਾਨਿਆਂ ਜਦੋਂ ਢਿੱਲਾ ਹੁੰਦਾ ਸਾਂ ਫਿਰ ਮਹਾਰਾਜ ਉਹ ਫਿਰ ਉੱਤੇ ਚੜ੍ਹ ਜਾਂਦੇ ਸਨ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਅਸੀਂ ਵੀ ਇੱਥੇ ਓਪਰੇ ਹਾਂ ਔਰ ਇੱਥੇ ਅਦ੍ਰਿਸ਼ ਵਕਾਰਾਂ ਰੂਪੀ ਕੁੱਤੇ ਨੇ। ਜਦੋਂ ਤੱਕ ਵਾਗਰੂ 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 ਕਰਦੇ ਰਹੀਏ ਉਹ ਡਰ ਕੇ ਪਿੱਛੇ ਖੜੇ ਰਹਿੰਦੇ ਨੇ, ਜਦੋਂ ਕਹਿਣਾ ਬੰਦ ਕਰ ਦਈਏ ਉਦੋਂ ਖਾਣ ਆਉਂਦੇ ਨੇ। ਇੱਥੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤਹੀਨ ਨਾਨਕ ਜੇ ਹੋਏਗਾ ਤਨ ਖਸਮੈ ਨਾਉ ਨਾ ਜਾਈ। तो उपदेश है औध घटै दिन सरह नारे मन गुर मिल काज सवारे रहाओ ये संसार विकार संसे में तरेओ ब्रह्म ज्ञानी। अरदास करनी पैगी राख पिता प्रभ मेरे मोहे निर्गुण सब गुण तेरे पंच बखादी एक गरीबा राखो राखन हारे खेद करें और बहुत संतावें आयो शरण तुहारे कर कर हार्यो अनक बहु पांति छोड़े कतहु नाही एक बात सुन ताकि ओटा साध संगत मिट जाए। पता लगा संगत जाया खैड़ा छड़ जाते कर किरपा संत मिले मोहे। मैं संगत विच गया उत्थे गुरमुख प्यारे मिल पे तिन ते धीरज पाया। उन्हें आख्या डर ना, हुण तू इत्थे आ गया ना तेनू कुछ नहीं कहण देंगे।
संति मंत दियो मोह निरपो गुर का शब्द कमाया, जीत लियो महा बिखादी सह सुएली बाणी, कहो नानक मन भया प्रगासा पाया पद निरबाणी। साडे पंजाबी जदों ट्रक लैके दूर दराज जाते ना, लोग लुट लेंदे उन्हां नूं, फिर वो किसी ढाबे ते रुक जाते हैं, एक ट्रक होर आ गया, एक होर आ गया, 20-30 इकट्ठे होकर लंगर पानी छक के चाह बना के पी के फिर कहते भी काफले के रूप में जाना है। एक नूं समस्या आवे सारे रुक जाओ, कढ़ लो राडां, कढ़ लो डांगा, जिहड़ा लुटन आवे उल्टा उन्होंने ही लुट लो, क्योंकि जमात करामात है। ये जिहड़े वकार कल्ले कल्ले नूं रोलदे ने ना, संगत रूपी जमात विच आ जाइए तो यह भी कई बार खैड़ा छड़ जाते हैं। इसलिए ये संसार विकार संसे में तरियो ब्रह्म ज्ञानी, जिसै जगाए पियावे एह रस, अकथ कथा तिन जानी। किसी नूं जल छकाना होवे, किसी नूं समुंदर दुध छकाना होवे, किसी नूं जूस छकाना होवे तो सुते पैरों नहीं छकाया जा सकता। एक बार आखो सतनाम श्री, उन्होंने जगाना पेगा तां ही छकेगा ना। नाम रूपी अमृत सानू गुरुदेव छकाना चाहुंदे ने, पर असी माया की गाफलता च सुते हुए हैं। दो तरह का सौना है, एक शरीरक नींद है, एक गाफलता की नींद है। वो गाफलता की नींद कई बार सारे कर्म इंद्रियां नूं काबू च कर लैंदी, अखां नूं सुवा देंदी है, कन्नां नूं सुवा देंदी है, रसना नूं सुवा देंदी, ईवन मन नूं भी सुवा देंदी है। नैनो नींद पर दृष्ट पराए रूप नूं तक के मैल आउंदी है, मन च भैड़े फुरने आउंदे, मानो अखां सौ गईयां ने, मानो अखां सौ गईयां ने। नैनो नींद, अखां नूं किहड़ी नींदर है? पर दृष्ट वकार, सरवण सोए सुण निंद विचार। निंदा का चस्का है, घंटियां बद्धी बैठ के निंदा सुनने रस आउंदा है, मानो साडे कन्न सौ गए ने। रसना सोई लोभ मीठे साध, और मन सोया माया बिस्मार। इस ग्रह में कोई जागत रहे, साबत वस्त वो अपनी लह। एक थां बाणी विच जिक्र आउंदा है, पंडित जन माते पढ़ प्राण, जोगी माते जोग ध्यान, सन्यासी माते अहमेव, तपसी माते तप कै भेव, सब मद माते को न जाग, संग ही चोर घर मूसन लाग। सारे सुते हुए ने, पंडित सुते ने, सन्यासी सुते ने, जति सुते ने, सती सुते ने, किसे नूं किसे वकार ने सुआया है, किसे नूं किसे वकार ने, और कोई विरला जागदा है जिन्हों गुरु जगांदा है। तो महाराज कहते ने जिसे जगाए पियावे ए रस। जगाना की है? कर्म इंद्रियां दा, ज्ञान इंद्रियां दा सदुपयोग। जदों गुरु नानक साहब नूं सिद्ध कहंदे ने भी असी कोई किरत नहीं करते, कोई हट्टी नहीं पाते, कोई वाही नहीं करते, कोई व्यापार नहीं, कोई नौकरी पेशा नहीं, हाटी बाटी रहन नराले, रूख बिरख उद्यानो, कंद मूल आहारो खाइए, औदू बोले ज्ञानो, तीर्थ नाइए सुख फल पाइए, मैल न लागे काई, गोरखपूत लोहारीपा बोले जोग जुगत बिद साई। भावें बाणी है पर मत जोग दा है। ये जवाब च गुरु नानक साहब की कहते हैं? हाटी बाटी वो कहते हैं रहन नराले, महाराज कहते हैं हाटी बाटी नींद ना आवे। मैं हट्टी भी करना, मैं वाही भी करतारपुर की है, पर मैं कभी सुता नहीं गा। हट्टी तो कोई सौंदा उंज ही नहीं, कोई नक्का मोड़दा तो उंज ही नहीं सौंदा। भाव ये भी किरतकार करदे मैं गाफलता की नींद च नहीं सौंदा। गाफलता की नींद च नहीं सौना चाहिए। किरत कोई भी माड़ी नहीं, भावें कोई भी कर लो। और यही कारण ने भाई अगे संगत बैठी है और महाराज कह रहे हैं मेरे नाल नाल पढ़ो, जागो जागो सुत्ते चलिया वणजारा। हद की गल है बई असी सामने बैठे हाँ, अखां खुलियां ने, गल सुन रहे हैं, और तुसी कह रहे हो जागो जागो सुत्ते चलिया। वो किहड़ा सौना? शरीरक सौना नहीं, असल च वो गाफलता की नींद तो जगाण की गल है। तो मैं अर्ज कर रहा संसार संगत, हजूर फरमान कर रहे ने जिसे जगाए पियावे ए रस, अकथ कथा तिन जानी। नाम रूपी ये अमृत, प्रभु की सिफत सलाह रूपी ये अकथ कथा रूपी अमृत जिहड़ा है, जदों वो किरपा करता है तो जिवें दुनी चंद गाफलता की नींद सुता सी ते महाराज ने सूई की चोंबड़ नाल उहनूं जगा दिता। इस तरह फिर कई बार माया की गाफलता चो जगा के नाम रूपी अमृत छका के
ਜੀਵਨ ਸਫਲ ਕਰ ਦਿੰਦਾ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਜਾਂ ਕੋ ਆਏ ਸੋਈ ਵਿਹਾਜੋ, ਵਿਹਾਜੋ ਮੈਨੇ ਖਰੀਦੋ। ਮਨੁੱਖ ਘਰੋਂ ਕੁਝ ਮਾਇਆ ਲੈ ਕੇ ਬਾਜ਼ਾਰ ਵਿੱਚ ਘਰ ਦੀਆਂ ਲੋੜਾਂ ਦੀ ਲਿਸਟ ਬਣਾ ਕੇ ਜਾਏ, ਬਈ ਇਹ ਗਰੋਸਰੀ ਲਿਆਉਣੀ ਹੈ, ਫਲਾਣਾ ਫਲਾਣਾ ਸਮਾਨ ਲਿਆਉਣਾ ਹੈ, ਕੰਮ ਚੱਲ ਜਾਏ। ਬਾਜ਼ਾਰ ਵਿੱਚ ਜਾ ਕੇ ਉਹਨੂੰ ਕੋਈ ਹੋਰ ਚੀਜ਼ ਆਪਣੇ ਵੱਲ ਆਕਰਸ਼ਿਤ ਕਰ ਲੈ ਤੇ ਉਹ ਲੈ ਕੇ ਆ ਜਾਏ, ਤੇ ਜੋ ਲੈਣ ਗਿਆ ਹੈ ਉਹ ਨਹੀਂ ਲੈ ਕੇ ਆਇਆ, ਤੇ ਖਿਮਾ ਕਰਨਾ ਫਿਰ ਉਹ ਗ੍ਰਸਤ ਉਹ ਘਰ ਨਹੀਂ ਚੱਲ ਸਕਦਾ। ਔਰ ਜਦੋਂ ਅਸੀਂ ਨਿਰੰਕਾਰ ਕੋਲੋਂ ਆਏ ਸਾਂ ਨਾ, ਉਦੋਂ ਉਹਦੇ ਨਾਲ ਇੱਕ ਐਗਰੀਮੈਂਟ ਕਰਕੇ ਆਏ ਸਾਂ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਥਾਂ ਤੇ ਜ਼ਿਕਰ ਕੀਤਾ ਹੈ, ਕਹਿੰਦੇ ਨੇ ਨਿਰੰਕਾਰ ਨੇ ਜੀਵ ਨੂੰ ਕੋਲ ਸੱਦ ਕੇ ਕਿਹਾ ਵੀ ਤੈਨੂੰ ਧਰਤੀ ਤੇ ਜਾਣਾ ਪੈਣਾ ਹੈ ਮਹਾਰਾਜ, ਉੱਥੇ ਕੁਝ ਲੋੜਾਂ ਵੀ ਹੁੰਦੀਆਂ ਨੇ। ਆਖਣ ਲੱਗੇ ਹਾਂ, 3 ਮੁੱਢਲੀਆਂ ਲੋੜਾਂ ਨੇ, ਕੁੱਲੀ ਗੁੱਲੀ ਤੇ ਜੁੱਲੀ। ਮਹਾਰਾਜ ਉਹ ਮੈਨੂੰ ਦਿਓਗੇ? ਨਿਰੰਕਾਰ ਕਹਿਣ ਲੱਗੇ ਦਿਆਂਗੇ, ਭਾਈ ਜੀ ਦੇ ਬਚਨ ਨੇ, ਦਿਆਂਗਾ, ਪਰ ਸ਼ਰਤ ਇਹ ਹੈ ਵੀ ਉੱਥੇ ਜਾ ਕੇ ਤੂੰ ਸੰਗਤ ਵਿੱਚ ਜੁੜ ਕੇ ਤੇ ਸਿਮਰਨ ਕਰਨਾ। ਤੋ ਕਹਿੰਦੇ ਨੇ ਲੋੜਾਂ ਪੂਰੀਆਂ ਕੀਤੀਆਂ। ਅਸਨ ਬਸਨ ਸੰਗ ਲੀਨੇ, ਨਿਰੰਕਾਰ ਕੋਲੋਂ ਬਚਨ ਰੂਪੀ ਅਸਨ ਬਸਨ ਸੰਗ ਲੀਨੇ, ਉਹ ਬਚਨ ਦੀਨੇ, ਔਰ ਨਿਰੰਕਾਰ ਨਾਲ ਬਚਨ ਕਰ ਲਿਆ। ਕੀ ਬਚਨ ਕੀਤਾ? ਅਸਨ ਬਸਨ ਸੰਗ ਲੀਨੇ, ਉਹ ਬਚਨ ਕੀਨੇ, ਜਨਮ ਲਏ ਸਾਧ ਸੰਗ ਸ੍ਰੀ ਪ੍ਰਭ ਤੇ ਆਏ ਹੈ। ਜਨਮ ਤੋਂ ਬਾਅਦ ਸਾਧ ਸੰਗਤ ਵਿੱਚ ਜਾ ਕੇ ਮੈਂ ਵਾਗਰੂ ਵਾਗਰੂ ਜਪਾਂਗਾ। ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ। ਇੱਥੇ ਆਇਆ ਦਾਤਾ ਵਿਸਰ ਗਿਆ ਤੇ ਦਾਤੇ ਦੀ ਦਾਸੀ ਮਾਇਆ ਨੂੰ ਇਹ ਚੰਬੜ ਗਿਆ, ਜੀਵਨ ਦਾ ਪ੍ਰਯੋਜਨ ਭੁੱਲ ਗਿਆ। ਫਿਰ ਕੀ ਹੁੰਦਾ ਹੈ? ਜਦੋਂ ਪੁੱਤਰ ਨੂੰ ਵਿਦੇਸ਼ ਘੱਲੀਏ ਨਾ, ਸਾਡੇ ਪੰਜਾਬੀਆਂ 'ਚ ਇਹ ਕਾਫੀ ਰੁਝਾਨ ਹੈ, ਮਾੜੀ ਗੱਲ ਨਹੀਂ। ਫਿਰ ਤੋਤੇ ਵਾਂਗੂ ਪੜਾਉਂਦੇ ਆ, ਪੁੱਤਰ ਵੇਖ ਲੈ ਥੋੜਾ ਬਹੁਤਾ ਜਿਹੜਾ ਤੇਰੀ ਜ਼ਮੀਨ ਸੀ, ਪਲਾਟ ਸੀ, ਉਹ ਵੀ ਵੇਚ ਦਿੱਤਾ ਤੈਨੂੰ ਵਿਦੇਸ਼ ਭੇਜਣ ਲਈ। ਉੱਥੇ ਜਾ ਕੇ ਮਾੜੀ ਸੰਗਤ ਦਾ ਸ਼ਿਕਾਰ ਨਾ ਹੋ ਜੀ, ਉੱਥੇ ਜਾ ਕੇ ਚੰਗੀ ਤਰ੍ਹਾਂ ਕਮਾਈ ਕਰੀ, ਓਵਰ ਟਾਈਮ ਵੀ ਮਿਲਿਆ ਤੇ ਪੁੱਤਰ ਕਰ ਲਈ। ਫਿਰ ਕਦੀ ਕਦੀ ਜਦੋਂ ਪੁੱਤਰ ਪਹੁੰਚ ਜਾਂਦਾ, ਅਸੀਂ ਫਿਰ ਟੈਨਸ਼ਨ ਕਰਨੇ ਆ ਵੀ ਉੱਥੇ ਜਾ ਕੇ ਮਤੇ ਭੁੱਲ ਨਾ ਗਿਆ। ਹੁਣ ਤੇ ਸੈੱਲ ਫੋਨ ਹਰ ਜੇਬ 'ਚ ਜਦੋਂ ਨਹੀਂ ਸੀ ਨਾ, ਫਿਰ ਮਾਪੇ ਚਿੱਠੀਆਂ ਲਿਖਦੇ ਸਨ ਵੀ ਪੁੱਤਰ ਵੇਖ ਲੈ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਤੈਨੂੰ ਭੇਜਿਆ, ਐਸਾ ਨਾ ਹੋਵੇ ਵੀ ਤੈਨੂੰ ਪ੍ਰਯੋਜਨ ਭੁੱਲ ਜਾਏ। ਇਸੇ ਤਰ੍ਹਾਂ ਨਿਰੰਕਾਰ ਇੱਕ ਨਾ ਉੱਥੋਂ ਤੋਰਨ ਲੱਗਿਆ ਸਾਨੂੰ ਤੋਤੇ ਵਾਂਗੂ ਪੜ੍ਹਾਉਂਦਾ ਹੈ, ਤੇ ਜਦੋਂ ਫਿਰ ਆ ਜਾਂਦੇ ਆ ਨਾ ਤੇ ਭੁੱਲ ਜਾਂਦੇ ਆ, ਤੇ ਫਿਰ ਉਹ ਚਿੱਠੀਆਂ ਲਿਖਦਾ ਹੈ। ਉਹ ਚਿੱਠੀਆਂ ਪਤਾ ਕਿਹੜੀਆਂ ਨੇ? ਬਾਈਬਲ ਚਿੱਠੀ ਹੈ, ਕੁਰਾਨ ਚਿੱਠੀ ਹੈ, ਵੇਦ ਚਿੱਠੀਆਂ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਨਿਰੰਕਾਰ ਦੀ ਭੇਜੀ ਹੋਈ ਸਾਡੇ ਵਾਸਤੇ ਚਿੱਠੀ ਏ ਵੀ ਪੁੱਤਰਾ ਜੋ ਕਹਿ ਕੇ ਗਿਆ ਸੈਂ ਭੁੱਲ ਗਿਆ ਏ, ਆ ਮਗਰੋਂ ਫਿਰ ਤੈਨੂੰ ਚਿੱਠੀ ਭੇਜ ਰਿਹਾ, ਤੈਨੂੰ ਚੇਤਾ ਆ ਜਾਏ ਵੀ ਤੂੰ ਆਇਆ ਕੀ ਕਰਨੇ। ਉਹ ਨਾ ਹੋਵੇ ਵੀ ਆਇਆ ਕੁਝ ਹੋਰ ਕਰਨੇ ਤੇ ਕਰੀ ਕੁਝ ਹੋਰ ਹੀ ਜਾਏ। ਇਸ ਲਈ ਮਹਾਰਾਜ ਫਿਰ ਇਸ ਚਿੱਠੀ ਦੇ ਰੂਪ ਵਿੱਚ ਸਾਨੂੰ ਚੇਤਾ ਕਰਾਉਂਦੇ ਨੇ ਤੇ ਕਹਿੰਦੇ ਨੇ ਜਾਂ ਕੋ ਆਏ ਸੋਈ ਬਿਹਾਜੋ, ਜਾਂ ਕੋ ਆਏ ਸੋਈ ਬਿਹਾਜੋ, ਜਾਂ ਕੋ ਆਏ ਸੋਈ ਬਿਹਾਜੋ, ਜਾ ਕੋ ਆਏ ਸੋਈ ਬਿਹਾਜੋ, ਜਾਂ ਕੋ ਆਏ ਸੋਈ ਬਿਹਾਜੋ, ਜਾਂ ਕੋ ਆਏ ਸੋਈ ਬਿਹਾਜੋ, ਜਾ ਕੋ ਆਏ ਸੋਈ ਬਿਹਾਜੋ, ਜਾ ਕੋ ਆਏ ਸੋਈ ਬਿਹਾਜੋ। ਵਣਜ ਕਰੋ ਵਣਜਾਰਿਓ, ਵੱਖਰ ਲੈ ਹੋ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭ ਹੈ ਨਾਲ। ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ। ਆਖੋ ਰਾਮ ਕਹੋ ਚਿਤ ਲਾਏ ਭਾਈ ਰੇ, ਰਾਮ ਕਹੋ ਚਿਤ ਲਾਏ, ਰਾਮ ਕਹੋ ਚਿਤ ਲਾਏ ਭਾਈ ਰੇ, ਰਾਮ ਕਹੋ ਚਿਤ ਲਾਏ, ਰਾਮ ਕਹੋ ਚਿਤ ਲਾਏ ਭਾਈ ਰੇ, ਰਾਮ ਕਹੋ ਚਿਤ ਲਾਏ, ਰਾਮ ਕਹੋ ਚਿਤ ਲਾਏ ਭਾਈ ਰੇ, ਰਾਮ ਕਹੋ ਚਿਤ ਲਾਏ, ਰਾਮ ਕਹੋ ਚਿਤ ਲਾਏ ਭਾਈ
पाई रे राम कहो चित लाए। राम कहो चित लाए पाई रे राम कहो चित लाए। राम कहो चित लाए पाई रे राम कहो चित लाए। राम कहो चित लाए पाई रे राम कहो चित लाए। हर जस वखर ले चलो, हर जस वखर ले चलो। हर जस वखर ले चलो, हर जस वखर ले चलो। हर जस वखर ले चलो, हर जस वखर ले चलो। हर जस वखर ले चलो, हर जस वखर ले चलो। सह देखे पति आए भाई रे राम कहो चित लाए। राम कहो चित लाए भाई रे राम कहो चित लाए। राम कहो चित लाए पाई रे राम कहो चित लाए। राम कहो चित लाए पाई रे राम कहो चित लाए। मन हे मेरे मन गुर मिल काज सवारे रहाओ। गुरु नूं मिल के अपना जीवन प्रयोजन का जिहड़ा कारज है उन्होंने सवार लै, क्योंकि ये कारज तो गुरु की बख्शिश तो बिना नेपरे चढ़ता ही को नहीं गाना। भाव गुरु के सन्मुख हो के, और प्रयोजन पता की है? प्रयोजन है आत्मा नूं परमात्मा विच विलीन करना, एक पानी के कतरे नूं सागर विच रूपांतरित करना है, एक छोटी जी अग की चिंगारी नूं भांबड़ विच परिवर्तित करना है। वो गुरु नूं मिले बिना नहीं होवेगा। एक शब्द गुरबाणी चों मैं छेती नाल तुहाडी नज़र कर दियां। फरमान है बाप दिलासा मेरो कीना, अकाल पुरख मेरे बाप ने मैनू दिलासा दिता, तगड़ा हो गल बनने वाली है। सेज सुखाली हिरदे रूपी सेज सौखी कर दी, मुख अमृत दीना, नाम रूपी अमृत मेरे मुंह च दिता। बाप दिलासा मेरो कीना, सेज सुखाली मुख अमृत दीना, तिस बाप को क्यों मनो बिसारी, आगे गया ना बाजी हारी। मोई मेरी माई, माया रूपी मां मर गई, हाँ खरा सुखाला मैं सौखा हो गया, पैरों ना दगली, हुण मैनू शरीर रूपी दगली, एक ना दो कपड़ियां दे विच रूह लैके ना ताज़ा उन्होंने चंगी तरह प्रैस करके पा के ते फिर उन्होंने नंगंदे मार देंदे सन, सर्दियां विच पाउण वाली, उन्होंने आम तौर पर दगली भी कह देंदे सन। हुण मैनू शरीर रूपी दगली, शरीर रूपी झग्गी पाण दी लोड़, मैनू हुण मेरा हुण दोबारा जन्म नहीं होवेगा। पैरों ना दगली लगे ना पाला, फिर लिखिया बल तिस बापै जिन हों जाया, और पंचां ते मेरा संग चुकाया। पंच मार पावां तल दीने, पंजां नूं मैं पैरां थले मिध दिता, हर सिमरन मेरा मन तन भीने। जे मैनू कोई पूछे भी कबीर तू तो गरीब जा जुलाहा है, तू उत्थे किवें पहुंच गया भी अत ऊंचा तां का दरबारा अंत नहीं किछ। जे कोई मैनू पूछे भी तू उत्थे किवें पहुंच गया। पिता हमारो वड गोसाई, तिस पिता पे हों क्यों कर जाई, मैं किवें अपड़ गया। तो मैं पता की कहना, मैं कहना सतगुर मिले तो मार्ग दिखाया, भूले मार्ग जिन्हें बताया, ऐसा गुर वडभागी पाया। गुरु मार्ग दर्शन करता है ना। मैं कहना वा भी पिता हमारो वड गोसाई, तिस पिता पे हों क्यों कर जाई। तो मैं कहना सतगुर मिले तो मार्ग दिखाया, जगत पिता मेरा मन पाया। मैं जाके झोली च बह गया, ਉਹਦਾ हथ अपने हाथ च पकड़ लिया, तो मैं कह दिता हों पूत तेरा, तू बाप मेरा, एक है ठाहर दुहा बसेरा, कौ कबीर जन एको बूझिया, गुर प्रसाद मैं सब किछ सूझिया। मन गुर मिल काज सवारे।
गुर कृपा जे नर को कीनी ते ए जुगत पछानी, नानक लीन भयो गोबिंद स्यों, ज्यों पानी संग पानी। निज कार महल पावो सुख सहजे, बाहुर न होए गो फेरा। सत संगत सजे रहा जे, समा समाप्ति के करीब है। और मैं एक होर बेनती कर दिया, जिस वक्त फतेह बुलानी है ना, तो ज़्यादातर संगत उठ के जोड़े घर चो जोड़ा लैके निकल जाती है, और सानू मौका नहीं मिलता बेनती करने का। इसलिए मेरी एक सनिमर सारिया संगतां दे चरणों च बेनती है भी जिस वक्त इत्थों निकलना है तो लंगर छके बगैर किसी ने नहीं जाना। सारियां दे चरणों च बेनती है बई भावें थोड़ा थोड़ा छक के जाओ, सारियां ने थोड़ा थोड़ा लोड़ अनुसार बहुता जिन्नी जरूरत है ये बेनती जरूर प्रवान करनी है भी लंगर जरूर छक के जाना है। और कल तो एक होर तुहानू थोड़ी जी खेचल देनी है भी जिन्ने शरीर तुसी बैठे हो, हाँ कल तो मैनू गल याद आई है, एक साडे कोलों थोड़ी भुल भी हुई है। ये जिहड़ा तरीए गुरविचार प्रोग्राम है, जिहड़ा रूटीन विच रोज़ 7:30 तो 8:30 का समा निश्चित किया गया है, वो जिस वक्त इत्थों के प्रबंधकों नाल बेनती की, विचार की, तो प्रबंधकों ने गरीब नवाजी की, उन्होंने बेनती साडी प्रवान की। मैं शुक्रगुजार भी हाँ, पर किते डायरी देखद्या देखद्या ये चेता ही ना रहा भी 4 तरीक का 4 नवंबर का पलक का प्रोग्राम बुक होया सी तो गुरु सवारिया ने किते वेख्या नहीं। तो कथा कल भी होगी, एक तो थोड़ा जिहा समा घटाया गया, घंटे की बजाय आधा घंटा है, और दूसरा थोड़ा जिहा गेता है कल नूं ठीक 7 तो 7:30 बजे तक तरीए गुरविचार विच तुसी श्री राग का पहला शब्द मोती ता मंदर उसरह रतनी ता हूँ है जड़ाओ वाले की विचार सुनोगे तो थोड़ी खेचल करनी कल। बाकी 5 तरीक तो लगातार 3 नवंबर तक कोई डिस्टर्बेंस नहीं, टाइम टेबल भी वही है, और बाकी निर्विघन सारा प्रोग्राम जोड़ा वो इस तरह चलेगा। तो सारिਆਂ ने लंगर छक के जाने की कृपालता करनी। 2 मिनट में मैं रही पंक्ति एक्सप्लेन करांगा, आज्ञा लैके जुड़े रहना और ध्यान बख्शिश करना। हजूर बख्शिश कर रहे ने, मन गुर मिल काज सवारे रहाओ, ये संसार विकार संसे में तरियो ब्रह्म ज्ञानी, जिसे जगाए प्यावे ये रस अकथ कथा, तिन जानी जा को आए सोई हर गुर ते मने। अगली पंक्ति है, निज घर महल पावो सुख सहजी। निज घर की है आत्मक अडोलता वाली अवस्था, सहज वाली अवस्था। आत्मक अडोलता च टिक जाएगा, और आत्मक अडोलता च टिकन तो बाद की होएगा, बहोर ना होएगो फेरा। आत्मक अडोलता की है, जदों असी डोल जाने हैं, छोटी जी तकलीफ मेरे समेत, जदों थोड़ी खुशी मिलती है, सफलता मिलती है, फिर असी फुल फुल के बहने हैं। जदों थोड़ा जिहा कोई मुसीबत बनती है तो असी बड़ी छेती नीमो चूने भी हो जाते हैं। संपै देख ना हरखी है, विपत देख ना रोए, ज्यों संपै त्यों विपत है, बिद न रचिया, जा जो नार दुख में दुख, सुख सने हर कंचन। साध संगत ये कोई काल्पनिक कथा नहीं, कोई अंग्रेजी का नावल नहीं। भी मीर मन्नू की जेल विच एक मां के सामने लकड़ की मुढ़ी रख के ना, लकड़ की मुढ़ी सच्ची मुच्ची, और ओदा पुत्र ओदी झोली चो खिंचिया, हवा च उछालिया, दूजे ने थले नेजा कर दिता, पुरुच गया, और फिर ओदे सामने बह के मुढ़ी दे उत्ते ओदे बच्चे नूं रख के टोके नाल ओदे टुकड़े कीते, फिर ओदा हार परोया, और फिर ओदे गले च पाया, तो उन्होंने कहा भी चक्की खलोनी नहीं चाहिए। और अज सोहला साहब की वारी उससे बीबी की अरदास की है, समा थोड़ा है, और अखीरले शब्द पता की सन, हे वागुरु, हे गुरु नानक, 4 पैर दिन बड़े सुख दा बतीत होया, रैन आई है भाने च। मीर मन्नू ने ते कंध दे नाल 1 फुट सिर पिछा करके ते खिंच के मारिया, कहन लगा दुआई रब दी, जे ये सुख है तो फिर दुख की है, इन्हों कोई दुखी नहीं कर सकता। ये पंक्ति के अर्थ ने इनू फिल्माया, जिहड़ा तुसी सुखमनी साहब करदियां बीबियां पढ़दियां जी ना तरन्नम विच, ये निधान जपे मन कोए, सब जुग में तां की, सब सारे जुग पीरियड जिस तरह दी मर्जी परिस्थितियां ने, सब जुग में तां की गत आत्मक अवस्था उच्ची रहिंदी, उन्होंने कोई डुला नहीं गा सकता। ये ने दे अर्थ, ये निधान जपे मन कोए, सब जुग में तां की गत होए दे अर्थ करने होना
ਤੇ ਬੰਦ ਕੱਟ ਤੇ ਸਿੰਘਾਂ ਦੀ ਤਸਵੀਰ ਅੱਗੇ ਲੈ ਆਓ, ਖੋਪਰ ਲੱਥ ਦੇ ਅੱਗੇ ਲੈ ਆਓ, ਬੱਚਿਆਂ ਦੇ ਟੁਕੜੇ ਕਰਾਉਂਦੇ ਹੋਇਆਂ ਨੂੰ ਅੱਗੇ ਲੈ ਆਓ। ਸਾਰਾ ਇਤਿਹਾਸ ਇਸ ਪੰਕਤੀ ਦੀ ਵਿਆਖਿਆ ਤੇ ਕਰਦਾ ਪਿਆ। ਮਹਾਰਾਜ ਕਹਿੰਦੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਨਿਜ ਘਰ ਮਹਲ ਪਾਵੋ ਸੁਖ ਸਹਿਜੇ। ਘਰ ਵੀ ਮੈਂ ਅਰਜ਼ ਕੀਤੀ ਸੀ, ਮੰਮੇ ਨੂੰ ਦਲਾਵਾਂ ਹਾਹਾ ਲੱਲਾ ਉਹ ਵੀ ਮਹਿਲ, ਮੰਮਾ ਮੁਕਤਾ ਹਾਹਾ ਲੱਲਾ ਉਹ ਵੀ ਮਹਿਲ ਨਹੀਂ, ਦਲਾਵਾਂ ਨੇ ਤੇ ਮਹਿਲ। ਔਰ ਮੈਨੂੰ ਖਿਮਾ ਕਰਨਾ, ਜੇ ਦਲਾਵਾਂ ਨਹੀਂ ਤੇ ਫਿਰ ਥੋੜਾ ਜਿਹਾ ਮਾਹਲ, ਟੈਂਕੇ ਨੂੰ ਦਲਾਵਾਂ ਨੇ ਤੇ ਟਹਿਲ, ਤੇ ਜੇ ਮੁਕਤਾ ਹੈ ਤੇ ਫਿਰ ਥੋੜਾ ਜਿਹਾ ਹੈ ਮਾਮੂਲੀ ਜਿਹਾ ਭੇਦ ਟਹਲ। ਆਤਮਕ ਅਡੋਲਤਾ ਵਿੱਚ ਟਿਕ ਕੇ ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾਓ। ਨਿਜ ਘਰ ਮਹਲ ਪਾਵੋ ਸੁਖ ਸਹਿਜੇ, ਸਦੀਵੀ ਸੁੱਖ ਮਿਲੇਗਾ। ਔਰ ਹੋਰ ਕੀ ਹੋਵੇਗਾ? ਬਹੁਰ ਨਾ ਆਵਾਗਾਉਣ ਦਾ ਚੱਕਰ ਮਿਟ ਜਾਏਗਾ। ਅੰਤਰ ਜਾਮੀ ਪੁਰਖ ਵਿਦਾਤੇ, ਹੇ ਅੰਦਰ ਦੀਆਂ ਜਾਣਨ ਵਾਲੇ ਪੁਰਖ, ਸਰਬ ਵਿਆਪਕ ਅਕਾਲ ਪੁਰਖ ਵਿਦਾਤੇ ਸਿਰਜਣਹਾਰ ਜੀ। ਸ਼ਰਧਾ ਮਨ ਕੀ ਪੂਰੇ, ਮੇਰੇ ਮਨ ਦੀ ਭਾਵਨਾ, ਮੇਰੇ ਮਨ ਦੀ ਸ਼ਰਧਾ ਪੂਰੀ ਕਰ ਦਿਓ। ਨਾਨਕ ਦਾਸ ਇਹ ਸੁਖ ਮੰਗੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਸ਼ਰਧਾ ਕੀ ਹੈ? ਕਿਰਪਾ ਕਰਕੇ ਮੈਨੂੰ ਇਹ ਆਤਮਕ ਸੁਖ ਦਿਓ। ਮੌਕੋ ਕਰ ਸੰਤਨ ਕੀ ਤੂਰੇ, ਮੈਨੂੰ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜ ਬਣਾ ਦਿਓ। ਛੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ। ਛੱਛਾ ਛਾਰ ਹੋ ਤੇਰੇ ਸੰਤਾਂ, ਆਪਣੀ ਕਿਰਪਾ ਕਰ ਭਗਵੰਤਾ। ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀਂ ਕੰਨ ਨੱਕ ਹੱਥ ਦੇ ਭਾਰ ਉਚਾਉਂਦੇ, ਸਭ ਚੇਨ ਛੱਡ ਪੂਜੀਨ ਕੌਣ ਕਰਮ ਕਮਾਉਂਦੇ। ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਉਹ ਮੇਰੀ ਖੱਲੋਂ ਮੋਜੜੇ ਗੁਰ ਸਿੱਖ ਹੰਡਾਂਦੇ। ਮਸਤਕ ਲੱਗੈ ਸਾਧ ਰੇਨ ਵੱਡ ਭਾਗ, ਦਾਨ ਮਹਿੰਡਾ ਤਲੀ ਖਾਕ। ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਮੋਕੋ ਕਰ ਸੰਤਨ ਕੀ ਤੂਰੇ, ਐਸੀ ਕਿਰਪਾ ਕਰੋ ਮੈਂ ਤੁਹਾਡੇ ਗੁਰਮੁਖ ਪਿਆਰਿਆਂ ਦੇ ਚਰਨ ਦੀ ਧੂੜ ਹੋ ਜਾ। ਔਰ ਧੂੜ ਦਾ ਮਤਲਬ ਇਹ ਨਹੀਂ ਬਈ ਜੋੜੇ ਘਰ ਦੇ ਵਿੱਚੋਂ ਚੁਟਕੀ ਧੂੜ ਲੈ ਕੇ ਮੱਥੇ ਤੇ ਲਾ ਲਈ ਔਰ ਥੋੜਾ ਜਿਹਾ ਸੈਂਕ ਕੋਲ ਆਏ ਤੇ ਇੱਕ ਸਿੱਖ ਨੂੰ ਉੱਥੇ ਢਾ ਕੇ ਉਹਦੀ ਛਾਤੀ ਤੇ ਚੜ ਕੇ ਬੈਠਾ ਹੋਵੇ। ਸੈਂਸ ਕੀ ਹੈ? ਨਿਮਰਤਾ। ਕਬੂਲ ਸੁਣ ਕੇ ਵੀ ਸ਼ਾਂਤੀ ਬਣਾਈ ਰੱਖਣੀ, ਅਜ਼ਰ ਨੂੰ ਜਰਨਾ, ਖਿਮਾ ਦੀ ਦਾਤ ਅੰਦਰ ਆ ਜਾਣੀ। ਤੋ ਇਸ ਬਹਿਰੂਨੀ ਤੌਰ ਤੇ ਚੁਟਕੀ ਰਾਖ ਦੀ ਲੈ ਕੇ ਵੀ ਮੱਥੇ ਤੇ ਲਾਣੀ ਕੋਈ ਗੁਨਾਹ ਨਹੀਂ, ਕੋਈ ਬਜ਼ਰ ਕੁਰੈਤ ਨਹੀਂ। ਪਰ ਉਹਦਾ ਜਿਹੜੀ ਸੈਂਸ ਹੈ, ਜੋ ਉਹਦੀ ਆਊਟਪੁੱਟ ਹੈ, ਉਹ ਇਹ ਹੈ ਵੀ ਜੀਵਨ ਵਿੱਚ ਇੱਕ ਤਬਦੀਲੀ ਆ ਜਾਏ। ਤੋ ਇਸ ਪ੍ਰਕਾਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਜਾਚ ਦੱਸਦੇ ਨੇ ਵੀ ਨਿਮਰਤਾ ਦੀ ਦਾਤ ਦਾ ਬਰਤਨ ਲੈ ਕੇ ਉਹਦੇ ਵਿੱਚ ਨਾਮ ਰੂਪੀ ਪਦਾਰਥ ਪਵਾਓ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਉਸ ਘਟਨਾ ਨੂੰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਔਰ ਉੱਥੇ ਆਖਿਆ ਨਾ ਵੀ ਫਿਰ ਅਕਾਲ ਪੁਰਖ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਦੁਬਾਰਾ ਨਿਮਰਤਾ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਕੀਤੀ। ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਵਾਸਤੇ ਗੁਰਮਤਿ ਵਿਚਾਰਾਂ ਨੂੰ ਇੱਥੇ ਸੰਕੋਚਣ ਦੀ ਮੈਂ ਤੁਹਾਡੇ ਤੋਂ ਆਗਿਆ ਚਾਹੁੰਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਫਤਿਹ ਨਾਲ ਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ